ਦੇਖੋ ਜਿਹੜੀ ਸਕੁਆਡਸ ਇਨਇਕੁਐਲਿਟੀ ਸੀ ਉਹਦੇ ਵਿੱਚ ਸੀਗਾ ਇੱਕ ਤੇ ਸਕੇਲਰ ਪ੍ਰੋਡਕਟ ਆਫ ਸਟੇਟ ਸੀਗਾ psi1 psi2, ਇੱਕ ਉਹਨਾਂ ਦੀ ਇੰਡੀਵਿਜੂਅਲ ਨੋਰਮ ਸੀਗੀ। ਇੰਡੀਵਿਜੂਅਲ ਨੋਰਮ ਅਸੀਂ ਨਿਕਾਲ ਚੁੱਕੇ ਹਾਂ ਲਾਸਟ 'ਚ, ਅਤੇ ਹੁਣ ਅਸੀਂ ਨਿਕਾਲਾਂਗੇ ਇਹਦਾ ਸਕੇਲਰ ਪ੍ਰੋਡਕਟ psi1 psi2 ਦਾ। psi1 psi2 ਦਾ ਸਕੇਲਰ ਪ੍ਰੋਡਕਟ ਜਿਹੜਾ ਹੈ ਉਹ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਤਰੀਕੇ ਨਾਲ ਦਿੰਦੇ ਹੋ। ਸਿਮਿਲਰਲੀ ਤੁਹਾਨੂੰ ਅਗਰ ਯਾਦ ਹੋਏ ਤਾਂ ਇੱਥੇ MN ਸੀਗਾ ਅਤੇ M ਦਾ ਸਟਾਰ ਸੀਗਾ, N ਇੱਦਾਂ ਹੀ ਸੀਗਾ ਨਾਲ, ਠੀਕ ਹੈ। ਤਾਂ ਹੁਣ ਇਸ ਲਈ psi1 ਜਿਹੜਾ ਹੈ ਉਹਦਾ ਸਟਾਰ ਹੋਏਗਾ ਅਤੇ psi2 ਜਿਹੜਾ ਹੈ ਉਹ ਵੈਸੇ ਹੀ ਰਹੇਗਾ। psi1 ਤੁਹਾਡੇ ਕੋਲ ਇਹ ਪੂਰਾ ਫੰਕਸ਼ਨ ਸੀਗਾ, ਇਹ ਪੂਰੇ ਦਾ ਕੰਜੂਗੇਟ, ਅਤੇ ਇਹ ਵਾਲਾ ਐਜ਼ ਇਟ ਇਜ਼ ਇਸ ਤਰ੍ਹਾਂ ਰਹੇਗਾ। ਤਾਂ ਇਹ ਤੁਸੀਂ ਦੇਖ ਸਕਦੇ, ਇਹਨੂੰ ਥੋੜ੍ਹਾ ਜਦੋਂ ਤੁਸੀਂ ਅੰਦਰ ਕੰਜੂਗੇਟ, ਕਿਉਂਕਿ ਦੋ ਚੀਜ਼ਾਂ ਦਾ ਕੰਜੂਗੇਟ ਹੈ, ਅਤੇ ਫਿਰ ਇਹਦਾ ਕੰਜੂਗੇਟ ਇਹਦਾ ਕੰਜੂਗੇਟ ਇਸ ਤਰ੍ਹਾਂ ਕਰਕੇ ਤੁਸੀਂ ਲਿਖ ਸਕਦੇ ਹੋ। ਹੁਣ ਤੁਸੀਂ ਦੇਖੋ ਕਿ ਇਹ ਤੁਹਾਡੀਆਂ ਮਤਲਬ ਇਹਨੂੰ ਅਸੀਂ ਜਸਟ ਸੋਲਵ ਕਰਨਾ ਕਹਿ ਲਓ ਕਿ ਦੇਖੋ ਇਹਦੇ ਵਿੱਚ ਇਹ ਆ ਕਿ ਤੁਹਾਡੇ ਕੋਲ ਮਤਲਬ ਇੱਧਰ ਵੀ ਦੋ ਨੇ, ਇੱਧਰ ਵੀ ਤੁਹਾਡੇ ਕੋਲ ਦੋ ਫੈਕਟਰਸ ਨੇ, ਤਾਂ ਜਦੋਂ ਵੀ ਤੁਸੀਂ ਮਲਟੀਪਲਾਈ ਕਰਦੇ ਹੋ ਤੁਹਾਡੇ ਕੋਲ ਓਵਰਆਲ 4 ਫੈਕਟਰ ਜਿਹੜੇ ਆ ਉਹ ਬਣ ਜਾਂਦੇ ਨੇ। ਤਾਂ ਇਹਦੇ ਨਾਲ ਪਹਿਲੇ ਜਿਵੇਂ ਇੱਥੇ ਮੈਂ ਕੀਤਾ ਹੋਇਆ ਤੁਹਾਡੇ ਕੋਲ A ਸਟਾਰ, ਸਾਈ ਸਟਾਰ, ਇਹ ਵਾਲੀ ਪੂਰੀ ਚੀਜ਼, ਉਸ ਤੋਂ ਬਾਅਦ ਮਾਈਨਸ, ਠੀਕ ਹੈ, ਮਾਈਨਸ, ਫਿਰ ਇਹ ਵਾਲੀ ਚੀਜ਼ ਅਤੇ ਉਹਦੇ ਨਾਲ ਇਹ ਸਾਰੀ ਚੀਜ਼, ਠੀਕ ਹੈ ਜੀ। ਇਸ ਤਰ੍ਹਾਂ ਕਰਕੇ ਜਿਹੜਾ ਤੁਹਾਡੇ ਕੋਲ A ਬਣ ਜਾਂਦਾ। ਉਸ ਤੋਂ ਬਾਅਦ ਹੈਗਾ ਹੈ ਤੁਹਾਡੇ ਕੋਲ ਇਹਨੂੰ, ਇਹ ਮਤਲਬ ਐਕਚੁਅਲੀ ਪੂਰਾ ਅੱਗੋਂ ਇਹਨੂੰ ਤੁਸੀਂ ਦੁਬਾਰਾ ਖੋਲੋਗੇ ਤਾਂ ਅੱਗੋਂ ਇਹ ਸਾਰੀ ਜਿਹੜੀ ਚੀਜ਼ ਹੈ ਤੁਹਾਡੇ ਕੋਲ ਬਣ ਜਾਏਗੀ। ਤਾਂ ਇਹਦੇ ਵਿੱਚ ਤੁਹਾਡੇ ਕੋਲ 4 ਫੈਕਟਰਸ ਆ ਰਹੇ ਨੇ। ਸਿਮਿਲਰਲੀ ਜਿਵੇਂ ਅਸੀਂ ਪਿਛਲੇ ਵਾਰੀ ਕੀਤਾ ਸੀ ਕਿ ਜਿਹੜੀ ਐਕਸਪੈਕਟੇਸ਼ਨ ਵੈਲਿਊ ਆਫ B ਸੀ, ਮਤਲਬ ਉੱਥੇ ਅਸੀਂ A ਲਿਆ ਸੀ, ਇੱਥੇ ਅਸੀਂ B ਲਿਆ। ਐਕਸਪੈਕਟੇਸ਼ਨ ਵੈਲਿਊ ਤਾਂ ਰੀਅਲ ਨੰਬਰ ਹੈ, ਪਿਓਰ ਨੰਬਰ ਹੈ, ਇਸ ਲਈ ਇਹਨੂੰ ਅਸੀਂ ਬਾਹਰ ਲੈ ਲਿਆ, ਠੀਕ ਹੈ। ਸਿਮਿਲਰਲੀ ਇਹਦੇ ਵਿੱਚੋਂ ਵੀ ਐਕਸਪੈਕਟੇਸ਼ਨ ਵੈਲਿਊ ਦਾ ਕੰਜੂਗੇਟ ਹੈ, ਉਹਨੂੰ ਅਸੀਂ ਬਾਹਰ ਲੈ ਲਿਆ। ਇਹਦੇ ਵਿੱਚ ਇਹ ਦੋਨੋਂ ਚੀਜ਼ਾਂ ਨੇ, ਇਹਨੂੰ ਅਸੀਂ ਬਾਹਰ ਲੈ ਲਿਆ। ਅਤੇ ਇਸ ਤਰ੍ਹਾਂ ਤੁਹਾਡੇ ਕੋਲ ਇੱਕ ਇਹ ਚੀਜ਼ ਬਣਦੀ ਹੈ, ਇੱਕ ਇਹ ਚੀਜ਼ ਬਣਦੀ, ਇੱਕ ਇਹ 3 ਜਿਹੜੇ ਤੁਹਾਡੇ ਕੋਲ ਇੰਟੈਗਰਲ ਜਿਹੜੇ ਨੇ ਉਹ ਬਣ ਜਾਂਦੇ ਨੇ, ਠੀਕ ਹੈ। ਹੁਣ ਜਿਹੜੇ ਇਹ ਵਾਲਾ ਫੰਕਸ਼ਨ ਹੈ ਇਹਨੂੰ ਤੁਸੀਂ ਲਿਖ ਸਕਦੇ ਹੋ ਐਕਸਪੈਕਟੇਸ਼ਨ ਵੈਲਿਊ ਆਫ B, ਇਹ ਉਹਦੀ ਡੈਫੀਨੇਸ਼ਨ 'ਚ ਹੀ ਹੈ। ਕਿਉਂਕਿ ਫੰਕਸ਼ਨ ਤੁਹਾਡਾ ਸਾਈ ਨੋਰਮਲਾਈਜ਼ਡ ਹੈ, ਇਸ ਲਈ ਇਹਦੀ ਵੈਲਿਊ ਤੁਹਾਡੀ 1 ਹੋ ਜਾਂਦੀ ਹੈ। ਤਾਂ ਇਸ ਤਰੀਕੇ ਨਾਲ ਤੁਹਾਡੇ ਕੋਲ 2 ਇੰਟੈਗਰਲਸ ਅਤੇ ਨਾਲ ਤੁਹਾਡੇ ਕੋਲ 2 ਇਸ ਤਰ੍ਹਾਂ ਜਿਹੜੀ ਚੀਜ਼ਾਂ ਨੇ ਉਹ ਬਣਦੀਆਂ ਨੇ, ਠੀਕ ਹੈ। ਹੁਣ ਦੇਖੋ ਇਹ ਵਾਲੀ ਚੀਜ਼ ਪੂਰੀ ਨੈਗੇਟਿਵ ਆ, ਇਹ ਵਾਲੀ ਚੀਜ਼ ਪੂਰੀ ਪੋਜ਼ੀਟਿਵ ਆ, ਇਸ ਲਈ ਇਹਦੇ ਨਾਲ ਇਹ ਕੈਂਸਲ ਹੋ ਗਈ, ਤਾਂ ਇਹਦਾ ਮਤਲਬ 2 ਜਿਹੜੇ ਇਹ ਖਤਮ ਹੋ ਗਿਆ ਕਹਿ ਲਓ। ਹੁਣ ਤੁਹਾਡੇ ਕੋਲ ਸਿਰਫ 2 ਟਰਮਸ ਹੀ ਬਚਦੀਆਂ ਨੇ, 2 ਟਰਮਸ ਤੁਹਾਡੇ ਕੋਲ ਇਹ ਵਾਲੀਆਂ ਨੇ। ਹੁਣ ਜਿਹੜੀ ਇਹ ਵਾਲੀਆਂ ਟਰਮਸ ਨੇ ਇਹਦੇ ਵਿੱਚ ਅਸੀਂ ਦੇਖੋ 2 ਚੀਜ਼ਾਂ ਦਾ ਸਟਾਰ ਹੈ, ਇਸ ਲਈ ਅਸੀਂ ਇਕੱਠਾ ਕਰਕੇ ਇੱਦਾਂ ਹੀ ਸਟਾਰ ਲਿਖ ਲਿਆ, ਅਤੇ ਸਾਏ ਅਤੇ ਉਹਦੇ ਨਾਲ ਅਸੀਂ ਇੱਕ ਸਪੋਜ਼ 1 ਲਿਖ ਲਿਆ, ਤਾਂ ਇੱਦਾਂ ਕਰਕੇ ਅਸੀਂ ਇਸ ਤਰ੍ਹਾਂ ਕਰ ਲਿਆ। ਹੁਣ ਇੱਥੇ ਅਸੀਂ ਹਰਮੀਸ਼ਨ ਓਪਰੇਟਰ ਦੀ ਅਗੇਨ ਜਿਹੜੀ ਪ੍ਰੋਪਰਟੀ ਹੈ ਉਹ ਯੂਜ਼ ਕਰਨੀ ਹੈ। ਦੇਖੋ ਸੇਮ ਇਹੀ ਜਿਹੜੀ ਚੀਜ਼ ਹੈ ਉਹ ਤੁਸੀਂ ਲਾਸਟ ਹੁਣੇ ਆਰਟੀਕਲ ਜਿਹੜਾ ਪਿਛਲਾ ਜਿਹੜੀ ਸੇਮ ਇਸੇ ਆਰਟੀਕਲ ਦੇ ਵਿੱਚ ਤੁਸੀਂ psi1 ਦੀ ਨੋਰਮ ਨਿਕਾਲੀ, ਉਦੋਂ ਤੁਸੀਂ ਯੂਜ਼ ਕੀਤੀ ਹੈ। ਤੁਸੀਂ ਇੱਥੋਂ ਇੱਥੇ ਲੈ ਕੇ ਗਏ ਸੀ, ਹੁਣ ਤੁਸੀਂ ਇਨਵਰਸ ਯੂਜ਼ ਕਰਨਾ ਕਹਿ ਲਓ ਉਹਦਾ, ਠੀਕ ਹੈ ਨਾ। ਤਾਂ ਇਹਦੇ ਵਿੱਚ ਇਹ ਹੈਗਾ ਵਾ ਕਿ ਅਗਰ ਤੁਹਾਡੇ ਕੋਲ F ਦਾ ਸਟਾਰ AG ਹੋਵੇ ਤਾਂ ਇਹਦਾ ਸਟਾਰ ਦੇ ਨਾਲ G ਇਸ ਤਰ੍ਹਾਂ ਹੋ ਜਾਂਦਾ। ਹੁਣ ਤੁਹਾਡੇ ਕੋਲ ਇਹਦਾ ਸਟਾਰ ਅਤੇ ਨਾਲ G ਹੈ, ਠੀਕ ਹੈ, ਇਹਦਾ ਸਟਾਰ ਹੈ ਅਤੇ ਨਾਲ ਤੁਹਾਡੇ ਕੋਲ G ਹੈ, ਤਾਂ ਫਿਰ ਤੁਸੀਂ ਇਹਨੂੰ ਇਹਦੇ 'ਚ ਕਨਵਰਟ ਕਰੋਗੇ, ਮਤਲਬ F ਦਾ ਸਟਾਰ ਲਓਗੇ। F ਦਾ ਸਟਾਰ ਤੁਹਾਡੇ ਕੋਲ ਕੀ ਹੈ, ਸਾਈ ਦਾ ਸਟਾਰ, ਠੀਕ ਹੈ। ਤਾਂ ਇਹ ਤੁਹਾਡੇ ਕੋਲ ਸਾਈ ਸਟਾਰ ਹੋ ਗਿਆ, ਫਿਰ A ਫੰਕਸ਼ਨ ਆ ਗਿਆ, ਫਿਰ ਤੁਹਾਡੇ ਕੋਲ ਸਾਈ ਬਣ ਗਿਆ, ਠੀਕ ਹੈ। ਇਹ ਵਾਲਾ ਜਿਹੜਾ G ਹੈ ਉਹ ਤੁਹਾਡੇ ਕੋਲ ਫਿਰ ਦੁਬਾਰਾ ਕਿਉਂਕਿ G ਇਹੀ ਸੀ ਨਾ, ਸਾਈ ਇੱਥੇ ਆ ਗਿਆ। ਤਾਂ ਇਸ ਤਰ੍ਹਾਂ ਕਰਕੇ ਇਹ ਵਾਲੀ ਚੀਜ਼ ਜਿਹੜੀ ਹੈ ਇਹ ਹੁਣ ਕੀ ਬਣ ਗਈ, ਐਕਸਪੈਕਟੇਸ਼ਨ ਵੈਲਿਊ ਆਫ A। ਤਾਂ ਇਹਨੂੰ ਤੁਸੀਂ ਇੱਦਾਂ ਲਿਖ ਸਕਦੇ ਹੋ, ਮਤਲਬ ਅਸੀਂ ਉੱਪਰ ਤੋਂ ਲੈ ਕੇ ਥੱਲੇ ਤੱਕ ਜਸਟ ਲਿਟਲ ਸਿੰਪਲੀਫਿਕੇਸ਼ਨ ਕੀਤੀ ਹੈ, ਅਤੇ ਉਹਦੇ ਨਾਲ ਹਰਮੀਸ਼ਨ ਓਪਰੇਟਰ ਦੀ ਜਿਹਨੂੰ ਜਿਹੜੀ ਪ੍ਰੋਪਰਟੀ ਹੈ ਉਹਨੂੰ ਅਸੀਂ ਯੂਜ਼ ਕੀਤਾ। ਤਾਂ ਦੇਖੋ ਹੁਣ ਅਸੀਂ ਇਹਦਾ ਐਕਚੁਅਲੀ ਮੋਡ ਨਿਕਾਲਣਾ ਚਾਹੁੰਦੇ ਹਾਂ, ਠੀਕ ਹੈ। ਮੋਡ ਨਿਕਾਲਣਾ ਚਾਹੁੰਦੇ ਹਾਂ ਅਤੇ ਇਸ ਲਈ ਪਹਿਲੇ ਅਸੀਂ ਇਹਨੂੰ ਇੱਦਾਂ ਲੈ ਲਾਂਗੇ, ਫਿਰ ਇਹਦਾ ਕੰਜੂਗੇਟ ਲੈ ਲਾਂਗੇ, ਫਿਰ ਦੋਵਾਂ ਨੂੰ ਐਡ ਕਰ ਦਾਂਗੇ, ਠੀਕ ਹੈ ਨਾ। ਫਿਰ ਰੀਅਲ ਪਾਰਟਸ ਦਾ ਉਹ ਆ ਜਾਏਗਾ ਤੁਹਾਡੇ ਕੋਲ, ਰੀਅਲ ਪਾਰਟਸ ਮਤਲਬ ਐਡ ਹੋ ਜਾਣਗੇ, ਟਵਾਈਸ ਇੰਟੂ ਰੀਅਲ ਪਾਰਟ ਹੋ ਜਾਏਗਾ। ਤਾਂ ਇਹ ਵਾਲੀ ਚੀਜ਼ ਤੁਹਾਡੇ ਕੋਲ ਇਸ ਤਰ੍ਹਾਂ ਆ ਗਈ। ਹੁਣ ਜਦੋਂ ਇਸੇ ਕੰਪਲੈਕਸ ਕੰਜੂਗੇਟ ਲਓਗੇ ਤਾਂ ਆਇਓਟਾ ਦੀ ਜਗ੍ਹਾ 'ਤੇ ਮਾਈਨਸ ਆਇਓਟਾ ਆ ਜਾਏਗਾ, ਠੀਕ ਹੈ ਜੀ। ਇੱਥੇ ਵੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਚੀਜ਼ ਹੈ ਤੁਹਾਡੇ ਕੋਲ ਆ ਗਈ ਹੈ। ਹੁਣ ਜਿਹੜੇ ਇਹ ਵਾਲੇ ਫੰਕਸ਼ਨ ਜਿਹੜੇ ਕਿ ਕੰਜੂਗੇਟਿਡ ਸੀਗੇ, ਮਤਲਬ ਇਹ ਤੁਹਾਡੇ ਕੋਲ ਇਹਨਾਂ ਦਾ ਕੰਜੂਗੇਟ ਸਾਈਨ ਹਟ ਜਾਏਗਾ, ਹੁਣ ਇਹਦਾ ਕੰਜੂਗੇਟ ਹੋ ਜਾਏਗਾ, ਉੱਧਰੋਂ ਇਹਦਾ ਕੰਜੂਗੇਟ ਹੋ ਜਾਏਗਾ। ਹੁਣ ਇਹਨਾਂ 2 ਇਕੁਏਸ਼ਨਸ ਨੂੰ ਅਸੀਂ ਐਡ ਕਰ ਦੇਣਾ, ਇਹ ਵਾਲੀ ਇਕੁਏਸ਼ਨ ਨੂੰ ਅਤੇ ਇਹ ਵਾਲੀ ਇਕੁਏਸ਼ਨ ਨੂੰ।
जब तुसीं ऐड करोगे तो इधर दोनों ऐड हो गए क्योंकि यह नैगेटिव है, यह तुहाडा पॉजिटिव है, दोनों कैंसल हो गए तो तुहाडे कोल सिर्फ ए वाले दो टर्म्स बचियां, एक आयोटा नाल ते एक माइनस आयोटा दे नाल टर्म। इस तो अगे जो असीं चलते हाँ तो इत्थे तुसीं देखते हो कि हुण देखो इत्थे असीं अगेन जिहड़ा हरमीशन ऑपरेटर है वो वाली प्रॉपर्टी यूज़ करनी है। ਇਹ वाली पूरी चीज़ ਨੂੰ अगर ਅਸੀਂ ਐਫ ਲੈ ਲਈਏ, ਇਹਨੂੰ ਅਸੀਂ ਏ ਲੈ ਲਈਏ, ਇੱਥੇ ਜੀ ਮਤਲਬ ਕਿਉਂਕਿ ਇਹਨੂੰ ਮੈਂ ਤਾਂ ਇੰਡੀਵਿਜੂਅਲ ਲਿਖਿਆ ਹੋਇਆ ਤਾਂ ਕਿ ਤੁਹਾਨੂੰ ਪਤਾ ਚੱਲ ਜਾਏ ਵੀ ਕਿੱਥੇ ਕਿਹੜੀ ਚੀਜ਼ ਯੂਜ਼ ਕੀਤੀ ਹੋਈ ਹੈ। ਹੁਣ ਇਹ ਵਾਲੀ ਚੀਜ਼ ਤੁਹਾਡੇ ਕੋਲ ਇਸ ਤਰ੍ਹਾਂ ਬਣਦੀ ਪਈ ਹੈ ਨਾ, ਐਫ ਸਟਾਰ ਏ ਜੀ, ਤਾਂ ਇਹਨੂੰ ਅਸੀਂ ਲਿਖ ਸਕਦੇ ਹਾਂ ਜੀ ਏ ਸਟਾਰ ਐਫ ਸਟਾਰ। ठीक है जी, तो जी एच ओ की है साई दा स्टार। ठीक है, उस तो बाद ए दा स्टार, ए तुहाडे कोल की सीगा बी मतलब बी दा स्टार। ठीक है, उस तो बाद है एफ दा स्टार, एफ की सीगा ए कैप ही इनू मैं बोल रही हाँ साई, तो ए कैप दा स्टार साई दा स्टार। तो इत्थों जी चीज़ है इत्थे किस तरह ट्रांसफॉर्म हुई है, ये हरमीशन प्रॉपर्टी यूज़ हुई है, हरमीशन ऑपरेटर की प्रॉपर्टी यूज़ हुई है। सिमिलरली ए वाली जी चीज़ है ये भी इस तरह यूज़ हो गई है तुहाडी। हुण ये दोनों काफ़ी ज़्यादा सिमिलर इक्वेशनस ने, मतलब साई है तो साई स्टार है, इत्थे भी तुहाडे कोल साई है तो तुहाडे कोल साई स्टार है। अगर तुसीं इकट्ठा करते हो उन्हें कॉमन लैंदे हो तो इत्थे तुहाडे कोल बी कॉन्जुगेट ए कैप दा कॉन्जुगेट ए दा, इधर बी दा कॉन्जुगेट इस तरह आ रहा है तुहाडे कोल। ठीक है, हुण इधर वाली चीज़ मैं तुहानूं ऑलरेडी दस्सिया कि इहनूं क्योंकि रियल पार्ट बनाना तो ट्वाइस ऑफ रियल पार्ट ऑफ जी चीज़ है इस तरह बन जाएगी। अगर तुहानूं कन्फ्यूजन हो रही है इत्थे तो मैं तुहानूं दस देवां कि सपोज Z की वैल्यू हैगी है ए प्लस आयोटा बी, Z स्टार की वैल्यू हैगी है ए माइनस आयोटा बी, तो जदों असीं Z दे विच प्लस Z स्टार करते हैं तो तुहाडे कोल की आंदा है ट्वाइस ऑफ ए। मतलब अगर तुहानूं रियल पार्ट चाहिए तो तुसीं की करोगे ऐड करोगे, अगर तुहानूं कॉम्पलैक्स पार्ट चाहिए तो तुसीं माइनस करोगे। हुण असीं इन्हां दोवां नूं तां ही ऐड किया ताकि असीं रियल पार्ट लैके आ सकीए। रियल पार्ट तुहाडे कोल आ गया। ठीक है जी, हुण 2 इधर है तो इधर जाके 1/2 हो गया, यह सारी टर्म इस तरह ही आई। हुण क्योंकि मैं तुहानूं एक चीज़ तुहानूं अगे भी दस चुकी हाँ कि जदों असीं इहदे कॉम्पलैक्स कॉन्जुगेट इस तरीके नाल लै रहे हैं कि जिहड़े तुहाडे ऑपरेटर्स ने उन्हां दे उपरों कॉन्जुगेट जिहड़ा साइन है वो हट जाए, तो इनू असीं दोबारा हुण इहदा कॉन्जुगेट लवांगे, इहदे विच भी असीं कॉन्जुगेट लवांगे। पिछला जिहड़ा तुसीं साइन निकालिया उह च भी कॉन्जुगेट लिया, हुण इत्थे भी तुसीं कॉन्जुगेट लै रहे हो। जो कॉन्जुगेट लै रहे हो तो यदा कॉन्जुगेट हो गया, ए विदाउट कॉन्जुगेट हो गए, यह जो ऑलरेडी कॉन्जुगेट सी ये विदाउट कॉन्जुगेट हो गया। ठीक है, तो इस तरह तुहाडे कोल बी ए माइनस ए बी आ गया। ठीक है, अगर जो नैगेटिव साइन तुसीं बाहर फिर निकाल लेंदे हो, ए बी माइनस बी ए लै लेंदे हो, तो यह वाला जिहड़ा चीज़ है यह असीं एक ऑपरेटर अगे भी पढ़िया सी कॉम्यूटेटर ऑपरेटर, जिन्हों असीं इस तरीके नाल लिखते हैं, दिस ऑपरेटर इज इक्वल टू ए बी माइनस बी ए। तो यह वाला जिहड़ा हुण इहदी जगह ते असीं कॉम्यूटेटर ऑपरेटर लिख सकते हैं। तो एक तरह नाल तुसीं यह जिहड़ा साई 1 साई 2 दा स्केलर प्रोडक्ट दा जिहड़ा मॉड है वो तुहाडे कोल यह वाला जिहड़ा पार्ट है वो आ रहा है। हुण आंदा रियल डेरिवेशन, जिहदे विच असीं जर्नल अनसर्टेनिटी प्रिंसिपल नूं मतलब निकाल रहे हैं, क्योंकि असीं जर्नल निकाल रहे हैं किसी भी दो ऑपरेटर्स के लिए ए और बी के लिए, उन्होंने तुसीं किसी भी दो ऑपरेटर से लगा सकते हो तो देख सकते हो कि उन्होंने अनसर्टेनिटी कितनी होएगी। दिस इज़ द एग्जैक्ट प्रूफ। ठीक है, तो अकॉर्डिंग टू स्क्वायर्स इनइक्वैलिटी यह वाली जी चीज़ है लैस होंगी है तो मतलब यह वाली चीज़ इस तो ज़्यादा है, यह वाली चीज़ इस तो ज़्यादा है, इधर ग्रेटर दा साइन है। ठीक है, तो ये वाला जिहड़ा देखो साई 1 जिहड़ा वो तुसीं डेल्टा ए निकालिया, साई 2 जिहड़ा तुसीं डेल्टा बी निकालिया, तो साई 1 जिहड़ा तुसीं डेल्टा ए निकालिया, साई 2 जिहड़ा तुसीं डेल्टा बी निकालिया, दिस शुड बी ऑलवेज ग्रेटर दैन वट दिस ए इज़ द इक्वल होना चाहिए, मतलब ए इत्थे फिर एच इत्थों यह चीज़ आ गई। ठीक है ना, स्केलर प्रोडक्ट दा मॉड है, स्केलर प्रोडक्ट के मॉड तुसीं हुणे निकाल चुके हो, ए वाली चीज़ बस ए वाली चीज़ असीं इत्थे फिल की होर कुछ नहीं किया। तो जो तुसीं इदां निकालते हो तो ये तुहाडा जिहड़ा ये जिहड़ा पूरा एक्सप्रैशन है ये तुहाडा हैगा जर्नल एक्सप्रैशन अनसर्टेनिटी प्रिंसिपल दा। हुण ये तुसीं किसी भी दो ऑपरेटर्स से लगा के उहदे लई अनसर्टेनिटी प्रिंसिपल पता कर सकते हो। तुसीं नॉर्मली अनसर्टेनिटी प्रिंसिपल सिर्फ पढ़िया होया एक्स और पी एक्स के लिए, पर हुण जिहड़ा असीं डिराइव किया वो असीं जर्नलाइज किया किसी भी दो ऑपरेटर्स के उपर तुसीं लगा के देख सकते हो कि कोई जो दोनों ऑपरेटर्स है उन्होंने असीं साइमल्टेनियसली मैजर कर सकते हैं कि नहीं मैजर कर सकते।
ਤੇ ਜੇ ਕਰ ਸਕਦੇ ਹਾਂ ਤੇ ਉਹਨਾਂ ਦੇ ਪ੍ਰੋਡਕਟ ਆਫ ਅਨਸਰਟਨਟੀ ਜਿਹੜਾ ਉਹ ਕਿੰਨਾ ਕੁ ਆਉਂਦਾ, ਠੀਕ ਹੈ। ਤਾਂ ਅਗਰ ਤਾਂ ਤੁਹਾਡੇ ਦੋ ਓਪਰੇਟਰਸ ਕੰਮਿਊਟ ਕਰਦੇ ਆ, ਕੰਮਿਊਟ ਕਦੋਂ ਕਰਦੇ ਹੁੰਦੇ ਆ, ਜਦੋਂ ਇਹ ਵਾਲੀ ਜਿਹੜੀ ਚੀਜ਼ ਹੈ ਜ਼ੀਰੋ ਹੁੰਦੀ ਹੈ, ਮਤਲਬ ਇਹ ਚੀਜ਼ ਜ਼ੀਰੋ ਹੁੰਦੀ ਹੈ। ਅਗਰ ਇਹ ਚੀਜ਼ ਜ਼ੀਰੋ ਹੋ ਜਾਂਦੀ ਹੈ ਮਤਲਬ ਫਿਰ ਇਹ ਚੀਜ਼ ਜ਼ੀਰੋ ਹੋ ਜਾਏਗੀ, ਅਗਰ ਇਹ ਜ਼ੀਰੋ ਹੋ ਗਿਆ ਤਾਂ ਇੱਦਾਂ ਸਾਰਾ ਜ਼ੀਰੋ ਹੋ ਗਿਆ। ਤਾਂ ਇਹਦਾ ਮਤਲਬ ਦੇयर इज़ नो ਲਿਮਿਟ ਟੂ ਐਕੂਰੇਸੀ ਵਿਦ ਏ ਔਰ ਬੀ, ਮਤਲਬ ਕੋਈ ਵੀ ਐਕੂਰੇਸੀ ਦੀ ਲਿਮਿਟ ਨਹੀਂ ਹੈਗੀ, ਠੀਕ ਹੈ ਨਾ, ਮਤਲਬ ਇੱਕ ਦੂਜੇ ਤੋਂ ਉੱਪਰ ਨਹੀਂ ਡਿਪੈਂਡ ਕਰਦੇ। ਪਰ ਅਗਰ ਅਸੀਂ ਪੋਜੀਸ਼ਨ ਮੋਮੈਂਟਮ ਅਨਸਰਟਨਟੀ ਪ੍ਰਿੰਸੀਪਲ ਨਿਕਾਲੀਏ, ਮਤਲਬ ਇਹਦਾ ਕਮਿਊਟੇਟਰ ਨਿਕਾਲੀਏ, PX ਔਰ X ਦਾ ਨਿਕਾਲੀ, ਤਾਂ ਉਹ ਅਸੀਂ ਇੱਕ ਵਾਰ ਨੂਮੈਰੀਕਲ ਕੀਤਾ ਸੀ ਜਿਹਦੇ ਵਿੱਚ ਇਹਦਾ ਕਮਿਊਟੇਟਰ ਅਸੀਂ ਯੂਜ਼ ਕਰਕੇ ਮਾਈਨਸ ਆਇਓਟਾ H ਕੱਟ ਨਿਕਾਲਿਆ ਸੀ ਇਹਦਾ। ਤਾਂ ਅਗਰ ਇਹਦਾ ਮਾਈਨਸ ਆਇਓਟਾ H ਕੱਟ ਹੈ, ਇਹ ਵਾਲਾ ਜਿਹੜਾ ਮਾਈਨਸ ਆਇਓਟਾ H ਕੱਟ ਹੈ, ਇਹ ਅਗਰ ਤੁਸੀਂ ਜਰਨਲ ਵਾਲੇ ਦੇ ਵਿੱਚ ਫਿਲ ਕਰੋਗੇ, ਮਤਲਬ ਇੱਥੇ ਮਾਈਨਸ ਆਇਓਟਾ H ਕੱਟ ਲਿਖੋਗੇ, ਦੇਖੋ ਮਾਈਨਸ ਆਇਓਟਾ ਅਤੇ ਆਇਓਟਾ ਇਹ ਕੀ ਹੋ ਜਾਣਗੇ, 1 ਹੋ ਜਾਣਗੇ, ਮਤਲਬ 1/2 ਅਤੇ ਸਾਈ ਸਟਾਰ H ਆ ਜਾਏਗਾ ਇੱਥੇ, ਠੀਕ ਹੈ। ਅਤੇ ਨਾਲ ਤੁਹਾਡੇ ਕੋਲ ਇਹ ਚੀਜ਼ ਆ ਜਾਏਗੀ, ਠੀਕ ਹੈ। ਤਾਂ ਕਿਉਂਕਿ ਨੋਰਮਲਾਈਜ਼ਡ ਫੰਕਸ਼ਨ ਹੈ ਇਸ ਲਈ 1 ਹੋ ਜਾਏਗਾ, ਅਤੇ ਤੁਹਾਡੇ ਕੋਲ ਦੋਨਾਂ ਦੀ ਜਿਹੜੀ ਅਨਸਰਟਨਟੀ ਦਾ ਜਿਹੜਾ ਪ੍ਰੋਡਕਟ ਹੈ ਇਟ ਮਸਟ ਆਲਵੇਜ਼ ਗ੍ਰੇਟਰ ਦੈਨ H ਕੱਟ ਬਾਈ 2। ਦਿਸ ਇਜ਼ ਦ ਥਿੰਗ ਵਿਚ ਵੀ ਆਰ ਗੋਇੰਗ ਟੂ ਡਰਾਈਵ ਫਰੋਮ ਦ ਫਸਟ ਟਾਈਮ। ਤਾਂ ਇਹੀ ਹੈ ਤੁਹਾਡਾ ਅਨਸਰਟਨਟੀ ਪ੍ਰਿੰਸੀਪਲ ਜਿਹੜਾ ਹੈ, ਤੁਸੀਂ ਇਸ ਤਰੀਕੇ ਨਾਲ ਐਗਜ਼ੈਕਟ ਪ੍ਰੂਫ ਜਿਹੜਾ ਹੈ ਉਹ ਤੁਸੀਂ ਹੁਣ ਕਰ ਚੁੱਕੇ ਹੋ। ਸਿਮਿਲਰਲੀ ਅਸੀਂ ਟਾਈਮ ਔਰ ਐਨਰਜੀ ਦੇ ਲਈ ਵੀ ਅਸੀਂ ਦੇਖਿਆ ਸੀਗਾ, ਜਦੋਂ ਅਸੀਂ ਉਹਦਾ ਵੀ ਕਮਿਊਟੇਟਰ ਨਿਕਾਲਿਆ ਸੀ, I ਔਰ E ਦਾ, ਸੌਰੀ T ਔਰ E ਦਾ ਨਿਕਾਲਿਆ ਸੀ। ਤਾਂ ਹੁਣ ਕਿਉਂਕਿ H ਓਪਰੇਟਰ ਹੈਮਿਲਟੋਨੀਅਨ ਓਪਰੇਟਰ ਹੈ, ਦਿਸ ਇਜ਼ ਓਪਰੇਟਰ ਫॉर ਇਹ ਓਪਰੇਟਰ ਜਿਹੜਾ ਹੈ ਉਹ ਐਨਰਜੀ ਦਾ ਓਪਰੇਟਰ ਹੈ। ਤਾਂ ਜਦੋਂ ਅਸੀਂ ਇਹਨਾਂ ਦੋਨਾਂ ਦਾ ਕਮਿਊਟੇਟਰ ਵੀ ਨਿਕਾਲਦੇ ਹਾਂ, ਉਹ ਵੀ ਤੁਹਾਡੇ ਕੋਲ ਮਾਈਨਸ ਆਇਓਟਾ H ਕੱਟ ਆਉਂਦਾ ਹੈ। ਤਾਂ ਜਿਹਦੇ ਅਕੋਰਡਿੰਗ ਇਹ ਵਾਲੀ ਚੀਜ਼ ਵੀ ਜਿਹੜੀ ਹੈ ਉਹ H ਕੱਟ ਬਾਈ 2 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਤਾਂ ਇਸ ਤਰੀਕੇ ਨਾਲ ਜਿਹੜਾ ਇਹ ਤੁਹਾਡਾ ਅਨਸਰਟਨਟੀ ਪ੍ਰਿੰਸੀਪਲ ਹੈ ਉਹ ਤੁਸੀਂ ਅੱਜ ਜਿਹੜਾ ਪ੍ਰੋਪਰਲੀ ਡਰਾਈਵ ਕੀਤਾ ਹੋਇਆ। ਸੋ ਇੱਥੋਂ ਤੱਕ ਸੀਗਾ ਤੁਹਾਡਾ ਅਨਸਰਟਨਟੀ ਪ੍ਰਿੰਸੀਪਲ ਦਾ ਸਾਰਾ ਡੇਰਾਈਵੇਸ਼ਨ। ਹੁਣ ਨੈਕਸਟ ਆਰਟੀਕਲ ਜਿਹੜਾ ਅਸੀਂ ਕਰਾਂਗੇ ਉਹ ਅਸੀਂ ਕਰਾਂਗੇ ਗੌਸੀਅਨ ਵੇਵ ਪੈਕੇਟ। ਤਾਂ ਇਸ ਤੋਂ ਇਲਾਵਾ ਅਗਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਸੀ ਕਿ ਅਗਰ ਕਿਸੇ ਬੱਚੇ ਨੂੰ ਕੋਈ ਵੀ ਪ੍ਰੋਬਲਮ ਹੈਗੀ ਆ ਤਾਂ ਉਹ ਕਿਸੇ ਵੀ ਟਾਈਮ ਕਾਲ ਕਰ ਸਕਦਾ ਹੈ, ਵਟਸਐਪ ਦੇ ਉੱਪਰ ਕੰਟੈਕਟ ਕਰ ਸਕਦਾ ਹੈ। ਅਗਰ ਕੋਈ ਕੁਐਸਚਨਸ ਹੈਗੇ ਆ ਤੁਹਾਨੂੰ ਤਾਂ ਉਹ ਤੁਸੀਂ ਲਿਖ ਕੇ ਭੇਜ ਸਕਦੇ ਹੋ ਜਾਂ ਓਵਰ ਦਾ ਕਾਲ ਤੁਸੀਂ ਦੱਸ ਸਕਦੇ ਹੋ। ਓਕੇ।